ਧੰਨ ਵਾਹਿਗੁਰੂ ਜੀਓ। ਪਰ ਧਨ ਪਰ ਦਾਰਾ ਪਰ ਹਰੀ, ਤਾਕੈ ਨਿਕਟ ਬਸੈ ਨਰ ਹਰੀ। ਜੋ ਨਾ ਭਜੰਤੇ ਨਾਰਾਇਣਾ, ਤਿਨ ਕਾ ਮੈਂ ਨਾ ਕਰਉ ਦਰਸ਼ਨਾ। ਰਹਾਉ ਜਿਨ ਕੈ ਭੀਤਰ ਹੈ ਅੰਤਰਾ, ਜੈਸੇ ਪਸੁ ਤੈਸੇ ਹੋਇ ਨਰਾ। ਪ੍ਰਣਵਤ ਨਾਮ ਦਿਓ ਨਾ ਕਹਿ ਬਿਨਾ, ਨਾ ਸੋ ਹੈ ਬਤੀਸ ਲਖਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਬੜੇ ਪ੍ਰੇਮ ਇਕਾਗਰਤਾ ਨਾਲ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ ਹਨ। ਰੋਜ਼ਾਨਾ ਦੀ ਤਰ੍ਹਾਂ ਭਗਤ ਨਾਮਦੇਵ ਸਾਹਿਬ ਮਹਾਰਾਜ ਦੀ ਲੜੀਵਾਰ ਬਾਣੀ ਦੀ ਵਿਚਾਰ ਜੋ ਆਪਾਂ ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਕਰਨ ਦਾ ਯਤਨ ਕਰ ਰਹੇ ਹਾਂ, ਉਸ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1163 ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਰਾਗ ਭੈਰਵ ਦੇ ਵਿੱਚ ਭਗਤ ਜੀ ਮਹਾਰਾਜ ਦਾ ਇਹ ਦੂਸਰਾ ਸ਼ਬਦ ਹੈ। ਭਗਤ ਨਾਮਦੇਵ ਸਾਹਿਬ ਮਹਾਰਾਜ ਇਸ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਬਖਸ਼ਿਸ਼ ਕਰਦੇ ਹਨ। ਜੋ ਨਾ ਭਜੰਤੇ ਨਾਰਾਇਣਾ, ਤਿਨ ਕਾ ਮੈਂ ਨਾ ਕਰਉ ਦਰਸ਼ਨਾ। ਜੋ ਉਸ ਪਰਮੇਸ਼ਰ ਨੂੰ, ਵਾਹਿਗੁਰੂ ਅਕਾਲ ਪੁਰਖ ਨੂੰ ਭਜੰਤੇ ਦਾ ਮਤਲਬ ਹੈ ਭਜਣਾ, ਜਪਣਾ, ਚਿੰਤਨ ਕਰਨਾ। ਜਿਨ੍ਹਾਂ ਦੇ ਚਿੰਤਨ ਵਿੱਚ ਵੀ ਪਰਮੇਸ਼ਰ ਨਹੀਂ ਹੈ, ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਾਂਗਾ ਜਾਂ ਨਹੀਂ ਕਰਦਾ, ਜਾਂ ਇਉਂ ਕਹਿ ਲਓ ਕਿ ਉਹਨਾਂ ਦਾ ਦਰਸ਼ਨ ਕਰਨ ਤੋਂ ਮੈਂ ਝਿਜਕਦਾ ਹਾਂ, ਉਹਨਾਂ ਤੋਂ ਦੂਰੀ ਬਣਾਉਣ ਦਾ ਯਤਨ ਕਰਦਾ ਹਾਂ। ਜਦੋਂ ਇਹਨਾਂ ਪੰਕਤੀਆਂ ਨੂੰ ਆਪਾਂ ਪੜ੍ਹਦੇ ਹਾਂ, ਅਸੀਂ ਇਹਨਾਂ ਸਵਾਲਾਂ ਵੱਲ ਨਹੀਂ ਜਾਵਾਂਗੇ। ਸਵਾਲ ਤਾਂ ਹਰ ਇੱਕ ਕੋਲ ਬਹੁਤ ਹਨ ਸੰਸਾਰ ਦੇ ਅੰਦਰ। ਵਿਰਲੇ ਮਨੁੱਖ ਹੁੰਦੇ ਹਨ ਜਿਹੜੇ ਕਿਸੇ ਪ੍ਰਸ਼ਨ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਫਿਰ ਵੀ ਮਨੁੱਖੀ ਮਨ ਹੈ, ਇਸ ਵਿੱਚ ਕਈ ਤਰ੍ਹਾਂ ਦੇ ਧਾਰਮਿਕ ਮਹਾਂਪੁਰਖਾਂ ਦੇ ਸੁਧਾਰ ਪੈਦਾ ਕਰਨ ਵਾਲੇ, ਜੀਵਨ ਦਾ ਭਲਾ ਕਰਨ ਵਾਲੇ ਉਪਦੇਸ਼ਾਂ ਦੇ ਪ੍ਰਤੀ ਵੀ ਮਨ ਦੇ ਅੰਦਰ ਸਵਾਲ ਪੈਦਾ ਹੋ ਜਾਂਦੇ। ਤੋ ਭਗਤ ਜੀ ਨੇ ਜਿੱਥੇ ਇਹ ਫਰਮਾਇਆ ਹੈ, ਜਿਹੜੇ ਪਰਮੇਸ਼ਰ ਨੂੰ ਨਹੀਂ ਜਪਦੇ, ਮੈਂ ਉਹਨਾਂ ਦਾ ਦਰਸ਼ਨ ਕਰਨ ਤੋਂ ਝਿਜਕਦਾ, ਦੂਰੀ ਬਣਾ ਕੇ ਰੱਖਦਾ। ਕਿ ਭਗਤ ਦੀ ਭਗਤੀ ਨੂੰ ਕਿਸੇ ਸਾਖਤ ਮਨੁੱਖ ਦੇ ਵੇਖਣ ਨਾਲ ਕੋਈ ਫਰਕ ਪੈ ਜਾਂਦਾ? ਜੇ ਪੈ ਜਾਂਦਾ ਹੈ ਤਾਂ ਫਿਰ ਜ਼ਿਆਦਾ ਪ੍ਰਭਾਵ ਤਾਂ ਸਾਖਤ ਮਨੁੱਖ ਦੇ ਕਰਮਾਂ ਦਾ ਹੋਇਆ। ਇਹਦਾ ਮਤਲਬ ਹੈ ਭਗਤੀ ਦਾ ਪ੍ਰਭਾਵ ਤੇ ਬਹੁਤ ਥੋੜ ਵੇਤਾ ਹੈ। ਇਹਦਾ ਮਤਲਬ ਹੈ ਪਰਪੱਕਤਾ ਦੀ ਘਾਟ ਹੋਏਗੀ? ਨਹੀਂ,
ਇਸ ਦੇ ਵਿਚਾਰਵਾਨਾਂ ਨੇ ਜਦੋਂ ਇਸ ਦੀ ਐਕਸਪਲੇਨੇਸ਼ਨ ਕੀਤੀ ਹੈ, ਵਿਆਖਿਆ ਦਿੱਤੀ ਹੈ, ਤਾਂ ਉਹਨਾਂ ਨੇ ਗੁਰਬਾਣੀ ਦੇ ਕਈ ਹਵਾਲਿਆਂ ਨਾਲ ਇਸ ਪੱਖ ਨੂੰ ਵਿਚਾਰਨ ਦਾ ਯਤਨ ਕੀਤਾ ਹੈ। ਹਰ ਚੀਜ਼ ਦੇ ਇੱਕ ਸਟੈਪ ਹੁੰਦੇ ਨੇ। ਜਿਵੇਂ ਕੋਈ ਬਿਲਕੁਲ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਜਿਹੜਾ ਅਜੇ ਕੇਵਲ ਸਿੱਖਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਇਉਂ ਕਹਿ ਲਓ ਵੀ ਜਿਹਨਾਂ ਅਜੇ ਤੁਰਿਆ ਨਹੀਂ ਤੇ ਕੇਵਲ ਅਜੇ ਮਨ ਬਣਾਉਣ ਦਾ ਯਤਨ ਕਰ ਰਿਹਾ ਹੈ। ਜਿਹੜਾ ਬੰਦਾ ਜੇ ਸਟੇਬਲ ਨਹੀਂ ਹੈ ਮਾਨਸਿਕ ਤੌਰ ਤੇ, ਜਦੋਂ ਉਹਨੂੰ ਤੁਸੀਂ ਦੋ ਵਿਰੋਧੀ ਖਿਆਲਾਂ ਵਿੱਚ ਉਲਝਾ ਲਓਗੇ ਤਾਂ ਕਨਫਿਊਜ਼ ਹੋ ਜਾਏ, ਕਿਉਂਕਿ ਉਹਦੀ ਅਜੇ ਸ਼ੁਰੂਆਤ ਹੈ। ਅਜੇ ਤਾਂ ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਰਾਹ ਹੈ ਉਹ ਸਹੀ ਕਿਹੜਾ। ਉਹ ਤਾਂ ਹੈ ਬਿਲਕੁਲ ਸਭ ਤੋਂ ਲੋਅਰ ਸਟੇਜ ਦੇ ਉੱਤੇ, ਪਹਿਲੇ ਸਟੈਪ ਦੇ ਉੱਤੇ ਖੜਾ। ਇੱਕ ਹੈ ਜਿਸ ਨੇ ਨਵਾਂ ਤੁਰਨਾ ਸ਼ੁਰੂ ਕੀਤਾ, ਅਜੇ ਉਹਨੇ ਤਜਰਬਾ ਨਹੀਂ ਕੀਤਾ, ਅਜੇ ਉਹਦਾ ਐਕਸਪੀਰੀਅੰਸ ਨਹੀਂ ਹੈ। ਇੱਕ ਉਹ ਹੈ ਜਿਹੜਾ ਜਿਹਨੇ ਕਾਫੀ ਤਜਰਬਾ ਕਰ ਲਿਆ ਤੇ ਉਹਦੇ ਅੰਦਰ ਕਾਫੀ ਪਰਪੱਕਤਾ ਆ ਗਈ ਹੈ। ਹੁਣ ਇਹਨਾਂ ਤਿੰਨਾਂ ਚੌਂ ਬੰਦਿਆਂ ਦੇ ਵਿੱਚ ਤੁਹਾਨੂੰ ਫਰਕ ਤਾਂ ਕਰਨਾ ਹੀ ਪਏਗਾ, ਉਹਨਾਂ ਦੇ ਲੈਵਲ ਦੇ ਮੁਤਾਬਕ, ਉਹਨਾਂ ਦਾ ਜੋ ਮਾਈਂਡ ਲੈਵਲ ਹੈ, ਜਿੱਥੇ ਉਹਨਾਂ ਦੀ ਸੁਰਤ ਖੜੀ ਹੈ। ਇੱਕ ਮਨੁੱਖ ਅਜੇ ਬਿਲਕੁਲ ਵੇਖ ਹੀ ਰਿਹਾ ਵੀ ਇਹ ਦੋ ਰਾਹ ਨੇ, ਮੈਂ ਕਿੱਧਰ ਜਾਵਾਂ, ਤੇ ਉਹਨੂੰ ਕੋਈ ਆ ਕੇ ਜੇ ਮਾੜੇ ਰਾਹ ਦੀ ਜ਼ਿਆਦਾ ਪ੍ਰੇਰਨਾ ਕਰਨ ਲੱਗ ਪਿਆ ਤੇ ਉਹਦੇ ਅੰਦਰ ਤਾਂ ਅਜੇ ਚੰਗਿਆਈ ਦਾ ਅੰਸ਼ ਹੀ ਪੈਦਾ ਨਹੀਂ ਹੋਇਆ, ਅਜੇ ਉਹਦੇ ਅੰਦਰ ਤਾਂ ਦ੍ਰਿੜਤਾ ਹੀ ਨਹੀਂ ਬੜੀ ਵੀ ਮੈਂ ਸਹੀ ਰਾਹ ਦੇ ਉੱਤੇ ਚੱਲਣਾ ਹੈ ਕਿ ਨਹੀਂ ਚੱਲਣਾ। ਉਹ ਬੰਦਾ ਤਾਂ ਬੜੀ ਛੇਤੀ ਕੁਰਾਏ ਪੈ ਜਾਏਗਾ। ਉਸ ਲੈਵਲ ਤੇ ਸਾਨੂੰ ਜਾ ਕੇ ਗੁਰਬਾਣੀ ਨੇ ਕਿਹਾ ਹੈ, ਸਾਕਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ। ਉਸ ਸਟੇਜ ਤੇ ਤੁਹਾਨੂੰ ਕੋਈ ਨੈਗੇਟਿਵ ਖਿਆਲ ਦੇਣਾ ਸ਼ੁਰੂ ਕਰੇ, ਤੁਹਾਡੇ ਆਲੇ ਦੁਆਲੇ ਨੈਗੇਟਿਵਿਟੀ ਪਸਾਰਨ ਦਾ ਯਤਨ ਕਰੇ, ਤੇ ਬਚਣ ਦੀ ਕੋਸ਼ਿਸ਼ ਕਰੋ, ਉਹਦੇ ਤੋਂ ਦੂਰੀ ਬਣਾਓ, ਕਿਉਂਕਿ ਤੁਸੀਂ ਉਹਦੀ ਤਾਬ ਝੱਲਣ ਦੀ ਸਮਰੱਥਾ ਨਹੀਂ ਰੱਖੋਗੇ। ਤੁਸੀਂ ਉਹਦੇ ਤੋਂ ਬਚਣ ਦੀ ਤਾਕਤ ਨਹੀਂ ਰੱਖਦੇ, ਤੁਹਾਡੇ ਅੰਦਰ ਇੰਨੀ ਮਾਨਸਿਕ ਤੁਹਾਡੀ ਸਟਰੈਂਥ ਨਹੀਂ ਹੈ, ਤੁਹਾਡਾ ਮਾਨਸਿਕ ਪੱਧਰ ਇੰਨਾ ਉੱਚਾ ਨਹੀਂ ਹੋਇਆ ਵੀ ਤੁਸੀਂ ਉਸ ਬੰਦੇ ਦੀ ਨੈਗੇਟਿਵਿਟੀ ਦਾ ਸਾਹਮਣਾ ਕਰ ਲਓ। ਇਸ ਕਰਕੇ ਥੋੜਾ ਪਿਛਾਂਹ ਰਹੋ, ਦੂਰੀ ਰੱਖੋ ਉਸ ਤੋਂ, ਤਾਂ ਕਿ ਤੁਸੀਂ ਉਸ ਮਨੁੱਖ ਦੇ ਪ੍ਰਭਾਵ ਤੋਂ ਬਚੇ ਰਹਿ ਸਕੋ ਤੇ ਆਪਣਾ ਕੰਮ ਜਿਹੜਾ ਉਹਨੂੰ ਬਾਤ ਤਰਤੀਬ ਤੇ ਉਹਨੂੰ ਪੂਰੀ ਇਕਾਗਰਤਾ ਦੇ ਨਾਲ ਕਰ ਸਕੋ। ਪਰ ਜਿਸ ਲੈਵਲ ਦੇ ਉੱਤੇ ਅਸੀਂ ਭਗਤ ਨਾਮਦੇਵ ਸਾਹਿਬ ਮਹਾਰਾਜ ਨੂੰ ਜਾਣਦੇ ਹਾਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਉਦਾਹਰਨਾਂ ਇੱਕ ਦੋ ਸਾਂਝੀਆਂ ਕਰਦਾ, ਇਹ ਬੜਾ ਅਹਿਮ ਨੁਕਤਾ। ਇਹਦੇ ਵਿੱਚੋਂ ਹੀ ਸੰਗਤ ਕਰਨ ਦੇ ਅਰਥ ਸਾਨੂੰ ਸਮਝ ਚ ਆਉਣਗੇ। ਸੰਗਤ ਕਰਨਾ ਕਿਹਨੂੰ ਕਿਹਾ ਗੁਰਮਤਿ ਵਿੱਚ? ਖਿਮਾ ਕਰਨਾ ਜਿਹੜਾ ਫਿਜ਼ੀਕਲੀ ਸਰੀਰਕ ਰੂਪ ਵਿੱਚ ਗੁਰੂ ਦੇ ਕੋਲ ਬੈਠਣਾ, ਗੁਰਦੁਆਰੇ ਬੈਠਣਾ, ਬਾਣੀ ਪੜ੍ਹਨੀ, ਇਹ ਪਹਿਲਾ ਸਟੈਪ ਹੈ। ਇਹ ਪਹਿਲਾ ਸਟੈਪ ਹੈ ਵੀ ਅਸੀਂ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਸਮਝ ਪਵੇ ਵੀ ਗੱਲ ਕੀ ਹੈ। ਇਸ ਤੋਂ ਅਗਲਾ ਸਟੈਪ ਹੈ ਇਸ ਨੂੰ ਅਪਲਾਈ ਕਰਨਾ, ਤੇ ਜਦੋਂ ਅਪਲਾਈ ਕਰਾਂਗੇ, ਸਿੱਖਦੇ ਜਾਵਾਂਗੇ, ਅਪਲਾਈ ਕਰਦੇ ਜਾਵਾਂਗੇ, ਉਸ ਪ੍ਰੈਕਟਿਸ ਦੇ ਵਿੱਚੋਂ ਤੁਹਾਡੇ ਅੰਦਰ ਮਾਨਸਿਕ ਤੌਰ ਦੇ ਉੱਤੇ ਸਾਡੀ ਤਾਕਤ ਬਣਨੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਡਾਵਾਂਡੋਲ ਦੀ ਅਵਸਥਾ ਹੀ ਮੁੱਕ ਜਾਣੀ ਹੈ। ਫਿਰ ਨੈਗੇਟਿਵਿਟੀ ਦਾ ਉਹ ਪ੍ਰਭਾਵ ਨਹੀਂ ਪਏਗਾ ਜਿਹੜਾ ਹੁਣ ਸਾਡੇ ਤੇ ਪੈਂਦਾ ਹੈ। ਇਹਨੂੰ ਸਮਝਣਾ ਇਸ ਨੁਕਤੇ। ਹੁਣ ਜੇ ਅਸੀਂ ਕਿਰਾਏ ਪੈ ਜਾਂਦੇ ਹਾਂ ਨਾ, ਬਾਣੀ ਪੜ੍ਹਦੇ, ਸੰਗਤ ਕਰਦੇ, ਗੁਰਦੁਆਰੇ ਆਉਂਦੇ, ਧਾਰਮਿਕ, ਇਹਦਾ ਮਤਲਬ ਵੀ ਅਜੇ ਅਸੀਂ ਪਹਿਲੇ ਸਟੈਪ ਦੇ ਉੱਤੇ ਹਾਂ, ਜਿੱਥੇ ਅਸੀਂ ਅਜੇ ਵੀ ਨੈਗੇਟਿਵਿਟੀ ਦਾ ਪ੍ਰਭਾਵ ਕਬੂਲਦੇ ਹਾਂ। ਇਹਦਾ ਮਤਲਬ ਅਸੀਂ ਪ੍ਰਪੱਕ ਨਹੀਂ ਹਾਂ। ਜਿਉਂ-ਜਿਉਂ ਅਸੀਂ ਇਹਦਾ ਅਭਿਆਸ ਕਰਾਂਗੇ, ਪ੍ਰੈਕਟਿਸ ਕਰਾਂਗੇ, ਇਹਨੂੰ ਅਪਲਾਈ ਕਰਾਂਗੇ ਜੀਵਨ ਦੇ ਅੰਦਰ, ਫਿਰ ਹੌਲੀ-ਹੌਲੀ ਸਾਡਾ ਮਾਨਸਿਕ ਤਲ ਜਿਉਂ-ਜਿਉਂ ਉੱਚਾ ਹੁੰਦਾ ਜਾਏਗਾ। ਕੱਲੀਆਂ ਗਿਣਤੀਆਂ ਥੋੜ੍ਹਾ ਕਰਨੀਆਂ ਵੀ ਮੈਨੂੰ 20 ਸਾਲ ਗੁਰਦੁਆਰੇ ਆਉਂਦਿਆਂ ਹੋ ਗਏ। ਬੰਦੇ ਨੇ ਆਪਣਾ ਮਾਨਸਿਕ ਤਲ ਵੀ ਤਾਂ ਵੇਖਣਾ ਹੈ। ਜੇ ਕੋਈ ਮਾਂ-ਬਾਪ ਇਸ ਗੱਲ ਦੇ ਉੱਤੇ ਹੀ ਫਖਰ ਕਰਦਾ, ਜਾਂ ਆਪਾਂ ਜਿੰਨੇ ਵੀ ਆ ਇਸ ਗੱਲ ਤੇ ਫਖਰ ਕਰਦੇ ਰਹਿੰਦੇ ਵੀ ਅਸੀਂ 20 ਸਾਲ ਸਕੂਲ ਗਏ ਹਾਂ, ਤੇ ਜਾਣ ਨੂੰ ਭਾਵੇਂ 40 ਸਾਲ ਜਾਈ ਜਾਂਦੇ, ਜੇ ਪਾਸ ਹੀ ਨਹੀਂ ਸੀ ਹੋਣਾ ਤੇ ਗੱਲ ਤਾਂ ਉੱਥੇ ਹੀ ਖੜੀ ਰਹਿਣੀ ਸੀ। ਕੋਈ ਸਟੈਪ ਵੀ ਤਾਂ ਹੋਣਾ ਚਾਹੀਦਾ ਹੈ ਨਾ, ਵੀ ਪਹੁੰਚੇ ਕਿੱਥੇ ਆ। ਉੱਥੇ ਆ ਕੇ ਖਿਮਾ ਕਰਨਾ ਇੱਕ ਫਰਕ ਰਹਿ ਜਾਂਦਾ ਵੀ ਸਾਡੇ 'ਚੋਂ ਜਗਿਆਸਾ ਬਿਰਤੀ ਕਿੰਨੀ ਹੈ, ਭੁੱਖ ਕਿੰਨੀ ਹੈ ਜਾਣਨ ਦੀ, ਉਤਸੁਕਤਾ ਕਿੰਨੀ ਹੈ ਕਮਾਉਣ ਦੀ, ਤੇ ਫਿਜ਼ੀਕਲੀ ਅਸੀਂ ਕਰਮ ਦਾ ਅਭਿਆਸ ਕਿੰਨਾ ਕੀਤਾ ਹੈ। ਸ਼ਾਇਦ ਅਸੀਂ ਫਿਜ਼ੀਕਲੀ ਕਾਫੀ ਪਾਸ ਹੋਵਾਂਗੇ, ਪਰ ਮੈਂਟਲੀ ਅਸੀਂ ਕਾਫੀ ਫੇਲ ਹੋਵਾਂਗੇ। ਉਹਦਾ ਕਾਰਨ ਇਹ ਹੈ ਵੀ ਅਸੀਂ ਗਿਣਤੀਆਂ ਸਰੀਰ ਦੀਆਂ ਹੀ ਕੀਤੀਆਂ ਨੇ,
ਗਿਣਤੀਆਂ ਬਾਹਰ ਦੇ ਸਮੇਂ ਦੀਆਂ ਹੀ, ਕਾਊਂਟਿੰਗ ਸਾਰੀ ਅਸੀਂ ਬਾਹਰ ਦੀ ਕੀਤੀ ਹੈ। 20 ਸਾਲ ਹੋ ਗਏ, ਕਿਸੇ ਨੂੰ 30 ਹੋ ਗਏ, ਕਿਸੇ ਨੂੰ 40 ਹੋ ਗਏ, ਕਿਸੇ ਨੂੰ 50 ਹੋ ਗਏ। ਉਹ ਇਹ ਤਾਂ ਕਾਊਂਟ ਕਰੀ ਗਿਆ, ਪਰ ਉਹਨੇ ਇਹ ਨਹੀਂ ਵੇਖਿਆ ਵੀ ਮੇਰੀ ਮਾਨਸਿਕ ਸਥਿਤੀ ਉਦੋਂ ਕਿੱਥੇ ਸੀ ਜਦੋਂ ਮੈਂ ਤੁਰਿਆ ਸਾਂ, ਤੇ ਅੱਜ ਕਿੱਥੇ ਹੈ? ਕਿਤੇ ਵੀ ਨਹੀਂ। ਭਾਈ ਗੁਰਦਾਸ ਜੀ ਬੜੀ ਬਾਕਮਾਲ ਵਿਆਖਿਆ ਕਰਦੇ ਨੇ, ਸਾਡੇ ਸਾਰਿਆਂ ਦੇ ਉੱਤੇ ਢੁਕਦੀ ਹੈ। ਮੈਂ ਉਹ ਕਹਾਂਗਾ ਪਹਿਲਾਂ ਮੇਰੇ ਤੇ ਢੁਕਦੀ ਹੈ, ਤੁਹਾਡੇ ਤੇ ਬਾਅਦ 'ਚ ਢੁਕੇਗੀ। ਉਹ ਕਹਿੰਦੇ ਨੇ ਪੁਰਾਣੇ ਸਮੇਂ 'ਚ ਨਾ ਕੋਹਲੂ ਹੁੰਦੇ ਸਨ, ਬਜ਼ੁਰਗਾਂ ਨੇ ਵੇਖੇ ਨੇ। ਅੱਜ ਕੱਲ੍ਹ ਤਾਂ ਇਲੈਕਟ੍ਰੋਨਿਕ ਮਸ਼ੀਨਾਂ ਨੇ, ਜਿਹੜੀ ਸਰੋਂ ਹੁੰਦੀ ਹੈ, ਤਿਲ ਹੁੰਦੇ ਨੇ ਇਹਨਾਂ ਦਾ ਤੇਲ ਕੱਢਣ ਵਾਸਤੇ। ਕੋਹਲੂ ਹੁੰਦੇ ਸਨ, ਤੇ ਉਹ ਕੋਹਲੂ ਗਿੜਦੇ ਬਲਦਾਂ ਨਾਲ ਸਨ। ਜਾਂ ਸੌਖੀ ਉਦਾਹਰਣ ਲੈ ਲਓ, ਖੂਹ ਗਿੜਦੇ ਹੁੰਦੇ ਸਨ, ਤੇ ਖੂਹ ਜਿਹੜੇ ਸਨ ਉਹਨਾਂ ਤੇ ਹਰਟ ਲੱਗਾ ਹੁੰਦਾ ਸੀ। ਮਾਲ ਟਿੰਡਾਂ ਥੱਲੇ ਖਾਲੀ ਜਾਂਦੀਆਂ ਤੇ ਭਰੀਆਂ ਮਾਲ ਇਸ ਤਰ੍ਹਾਂ ਤਾਂ ਨੂੰ ਆਉਂਦੀ, ਤੇ ਉਹ ਖੂਹ ਨੂੰ ਗੇੜਨਾ ਪੈਂਦਾ। ਉਹਦੇ ਅੱਗੇ ਬਲਦ ਜੋੜੇ ਜਾਂਦੇ ਸਨ। ਬਲਦਾਂ ਨੂੰ ਕਈ ਹੁਣ ਮਗਰ ਤੋਰਨ ਵਾਲਾ ਬੰਦਾ ਜਿਹੜਾ ਹਰ ਵੇਲੇ ਮਗਰ ਥੋੜ੍ਹੀ ਤੁਰਦਾ ਸੀ। ਉਹਨੇ ਇੱਕ ਵਾਰ ਉਹਨਾਂ ਨੂੰ ਤੋਰ ਕੇ ਉਹਨਾਂ ਦੀਆਂ ਅੱਖਾਂ ਤੇ ਜਿਹੜੇ ਚੜਾਏ ਜਾਂਦੇ ਸਨ, ਖੋਪੇ ਕਹਿੰਦੇ ਸਨ ਆਪਣੀ ਬੋਲੀ 'ਚ। ਖੋਪੇ ਅੱਖਾਂ ਤੇ ਚੜਾ ਦੇਣੇ ਵੀ ਇਹਨਾਂ ਨੂੰ ਦਿਸੇ ਨਾ ਬਲਦਾਂ ਨੂੰ। ਤੇ ਆਪ ਉਹਨੇ ਛਾਵੇਂ ਬਹਿ ਜਾਣਾ, ਤੇ ਦੂਰੋਂ ਉਹਨੇ ਮਾੜਾ ਜਿਹਾ ਥੋੜ੍ਹਾ ਜਿਹਾ ਰੌਲਾ ਪਾ ਦੇਣਾ, ਤੇ ਉਹਨਾਂ ਨੇ ਤੁਰੇ ਜਾਣਾ ਵੀ ਸਾਡੇ ਮਗਰ ਡੰਡਾ ਲੈ ਕੇ ਲੱਗਾ ਹੋਏਗਾ। ਹੁਣ ਭਾਈ ਗੁਰਦਾਸ ਕਹਿੰਦੇ ਨੇ ਉਹ ਬੈਲ ਜਿਹੜੇ ਜਿਨ੍ਹਾਂ ਦੀਆਂ ਅੱਖਾਂ ਦੇ ਖੋਪੇ ਨੇ, ਉਹ ਸੋਚਣ ਵੀ ਹੁਣ ਤੁਰੇ ਤਾਂ ਉਹ ਘੰਟਿਆਂ ਬੱਧੀ ਤੁਰਦੇ ਨੇ, ਤਾਂ ਹੀ ਖੂਹ ਗਿੜਦਾ। ਘੰਟਿਆਂ ਬੱਧੀ ਉਹ ਸਫ਼ਰ ਕਰਦੇ ਨੇ, ਤੇ ਉਹ ਮਨ ਵਿੱਚ ਸੋਚਦੇ ਨੇ ਵੀ ਸਵੇਰ ਦੇ ਤੁਰੇ ਹਾਂ, ਹੁਣ ਤਾਂ ਅਸੀਂ ਆਪਣੇ ਪਿੰਡ ਤੋਂ ਕਿਤੇ ਦੂਰ ਆ ਗਏ ਹੋਵਾਂ, ਕੋਹਾਂ ਦੂਰ, ਕਿਸੇ ਸ਼ਹਿਰ ਕਿਸੇ ਹੋਰ ਪਿੰਡ ਪਹੁੰਚਣ ਵਾਲੇ ਹੋਵਾਂਗੇ। ਸਵੇਰ ਦਾ ਬੰਦਾ ਤੁਰਿਆ ਹੋਵੇ ਤਾਂ ਕਿੰਨਾ ਸਫ਼ਰ ਕਰ ਲਿਆ ਹੋਵੇਗਾ ਉਹਨੇ। ਦੁਪਹਿਰ ਦਾ ਸਮਾਂ ਹੁੰਦਾ, ਕਿਸਾਨ ਦੀ ਰੋਟੀ ਆ ਜਾਂਦੀ ਹੈ, ਉਹ ਆਪਣਾ ਪ੍ਰਸ਼ਾਦਾ ਛਕਣ ਲੱਗਦਾ, ਉਹਦੇ ਜੀ 'ਚ ਆਉਂਦੀ ਹੈ ਸਵੇਰ ਦੇ ਬਲਦ ਵੀ ਥੱਕੇ ਹੋਣੇ ਨੇ, 2-4 ਘੜੀਆਂ ਇਹਨਾਂ ਨੂੰ ਵੀ ਛੱਡ ਦਈਏ, ਥੋੜ੍ਹਾ ਜਿਹਾ ਇਹ ਵੀ ਸਾਹ ਲੈ ਲੈਣਗੇ, ਘਾਹ ਪੱਠਾ ਚਰ ਲੈਣਗੇ, ਪਾਣੀ ਪੀ ਲੈਣਗੇ, ਤਾਜ਼ਾ ਦਮ ਹੋ ਜਾਣਗੇ, ਫਿਰ ਜੋੜ ਦਿਆਂਗੇ। ਉਹ ਆਪ ਵੀ ਆਰਾਮ ਕਰਦਾ, ਤੇ ਉਹਨਾਂ ਦੀਆਂ ਅੱਖਾਂ ਤੋਂ ਵੀ ਖੋਪੇ ਲਾ ਕੇ ਨਾ, ਜਦੋਂ ਖੋਪੇ ਲਾਉਂਦਾ ਤੇ ਉਹ ਕੀ ਕਹਿੰਦੇ ਨੇ ਵੀ ਜਿੱਥੋਂ ਤੁਰੇ ਸਾਂ ਉੱਥੇ ਹੀ ਖੜੇ ਆ। ਸਫ਼ਰ ਬਥੇਰਾ ਕੀਤਾ, ਪਹੁੰਚੇ ਕਿਤੇ ਨਹੀਂ। ਸਫ਼ਰ ਬਹੁਤ ਹੋਇਆ, ਪਰ ਹੁਣ ਘੁੰਮਦੇ ਰਹੇ ਤੇ ਉੱਥੇ ਹੀ ਉਹਨਾਂ ਦਾ ਇੱਕ ਦਾਇਰਾ ਹੈ ਨਾ, ਇੱਕ ਸਰਕਲ ਹੈ, ਉਹ ਸਰਕਲ ਦੇ ਵਿੱਚ ਹੀ ਉਹਨਾਂ ਨੇ ਘੁੰਮਣਾ ਹੁੰਦਾ। ਹੁਣ ਤੁਰਨ ਵੱਲੋਂ ਤੇ ਘਾਟ ਕੋਈ ਨਹੀਂ। ਸਫ਼ਰ ਵੀ ਬਹੁਤ ਹੋਇਆ, ਪਰ ਸਫ਼ਰ ਜਿਹੜਾ ਸੀ ਉਹ ਘੁੰਮ ਕੇ ਉੱਥੇ ਹੀ ਆਉਣਾ ਸੀਗਾ, ਉਹ ਕਿਤੇ ਦੂਰ ਨਹੀਂ ਸੀ ਜਾਣਾ। ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ। ਉਹ ਕਹਿੰਦੇ ਨੇ ਜਿਵੇਂ ਤੇਲੀ ਦਾ ਬਲਦ ਸੋਚਦਾ ਵੀ ਕਈ ਕੋਹ ਚੱਲ ਕੇ ਸਫ਼ਰ ਕਰ ਲਿਆ। ਨੈਣ ਉਗਰਤ ਵਈ ਠਾਉ ਹੀ ਟਿਕਾਨੋ ਹੈ। ਜੈਸੇ ਜੇਵਰੀ ਬਟ ਤੰਦਰੋ ਅਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੋਰੇ ਪਸ਼ੂਤਾਨੋ। ਅੰਨਾ ਕਹਿੰਦੇ ਨੇ ਸਣ ਦੀ ਰੱਸੀ ਵੱਟ ਰਿਹਾ ਸੀ, ਉਹ ਅੱਗੇ ਅੱਗੇ ਵੱਟੀ ਜਾਏ ਤੇ ਮਗਰ ਵੱਛਾ ਵੱਜਾ ਸੀ, ਉਹ ਚਿੱਥੀ ਜਾਏ। ਹੁਣ ਉਹਨੇ ਤੇ ਆਪਣੇ ਹਿਸਾਬ ਨਾਲ ਸੋਚਿਆ ਵੀ ਮੈਨੂੰ ਤਾਂ ਬੜਾ ਚਿਰ ਹੋ ਗਿਆ, ਬੜੀ ਲੰਬੀ ਰੱਸੀ ਹੋ ਗਈ ਹੋਏਗੀ। ਜਦੋਂ ਉਹਨੇ ਟਟੋ ਕੇ ਵੇਖਿਆ, ਉਹਨੇ ਵੇਖਿਆ ਵੀ ਜਿੰਨੀ ਮੈਂ ਬਣਾਈ ਸੀ ਓਨੀ ਮਗਰੋਂ ਨੇ ਖਰਾਬ ਵੀ ਕੀਤੀ ਪਈ, ਦੀਦਾ ਨਹੀਂ ਸੀ। ਉਦਾਹਰਨਾਂ ਭਾਈ ਸਾਹਿਬ ਨੇ ਬਹੁਤ ਦਿੱਤੀਆਂ। ਜੈਸੇ ਮ੍ਰਿਗ ਤ੍ਰਿਸ਼ਲਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ ਆਵਤ ਨ ਸ਼ਾਂਤ ਭ੍ਰਮਤ ਹੈਰਾਨੋ ਹੈ। ਤੈਸੇ ਸੁਪਨੰਤਰ ਦਸੰਤਰ ਬਿਹਾਏ ਗਈ ਪਹੁੰਚ ਨਾ ਸਕਿਓ ਤਹਾਂ ਜਹਾਂ ਮੋਏ ਜਾਨੋ। ਬੀਤੀ ਬਹੁਤ ਹੈ, ਕਾਊਂਟਿੰਗ ਮੇਰੀ ਬਹੁਤ ਜ਼ਿਆਦਾ ਹੈ, ਪਰ ਕਹਿੰਦੇ ਪਹੁੰਚਿਆ ਮੈਂ ਕਿਤੇ ਨਹੀਂ ਹਾਂ। ਪਰ ਵਿਰਲੇ, ਇੱਥੇ ਵੀ ਇੱਕ ਪੱਖ ਸਮਝਣ ਵਾਲਾ ਹੈ। ਵਿਰਲੇ ਹੋਣਗੇ ਜਿਹੜੇ ਆਪਣੇ ਸਫ਼ਰ ਦਾ ਅੰਦਾਜ਼ਾ ਲਾਉਣਗੇ। ਬਹੁਤੇ ਲੋਕ ਤਾਂ ਇਸੇ 'ਚ ਹੀ ਖੁਸ਼ ਨੇ ਵੀ ਚਲੋ ਘੁੰਮਦੇ ਰਹੇ ਆ ਨਾ, ਤੁਰਤੇ ਰਹੇ ਆ ਨਾ। ਉਹਨਾਂ ਨੂੰ ਇਹ ਹੁੰਦਾ ਵੀ ਚਲੋ ਇੰਨਾ ਹੀ ਬੜਾ। ਹਰ ਬੰਦਾ ਆਪਣੀ ਆਪਣੀ ਚੀਜ਼ 'ਤੇ ਖੁਸ਼ ਹੈ। ਬੱਚਾ ਜਿਵੇਂ ਖਿਡੌਣੇ 'ਤੇ ਖੁਸ਼ ਹੈ ਨਾ, ਉਹਨੂੰ ਦੁਨੀਆ ਨਾਲ ਕੋਈ ਮਤਲਬ ਨਹੀਂ। ਤੁਸੀਂ ਉਹਦੇ ਲਾਗੇ ਨਿਊਜ਼ ਚੈਨਲ ਲਾ ਕੇ ਉਹਨੂੰ ਦੱਸੋ ਵੀ ਆਹ ਹੋ ਗਿਆ, ਉਹਨੂੰ ਕੀ ਫਰਕ ਪੈਂਦਾ? ਹੁਣ ਤਾਂ ਤੁਸੀਂ ਨਵਾਂ ਖਿਡੌਣਾ ਦੇ ਦਿੱਤਾ, ਉਹਦੇ ਲਈ ਦੁਨੀਆ 'ਚ ਕੋਈ ਮਹਾਂਮਾਰੀ ਨਹੀਂ, ਕੋਈ ਟਾਵਰ ਨਹੀਂ ਡਿੱਗਿਆ, ਕੋਈ ਜੰਗ ਨਹੀਂ ਲੱਗੀ, ਕੱਖ ਨਹੀਂ ਹੋਇਆ। ਉਹਦੇ ਲਈ ਸ਼ੇਅਰ ਮਾਰਕੀਟ ਚੜ੍ਹ ਜਾਏ ਜਾਂ ਡਿੱਗ ਪਏ, ਉਹਨੂੰ ਕੀ ਫਰਕ ਪੈਂਦਾ? ਉਹਨੂੰ ਤਾਂ ਨਵੀਂ ਕਾਰ ਮਿਲੀ, ਉਹਨੂੰ ਲੱਗਦਾ ਵੀ ਸਾਰੀਆਂ ਖੁਸ਼ੀਆਂ ਇਹਦੇ 'ਚ ਨੇ। ਉਹਦਾ ਜਿੰਨਾ ਕੁ ਲੈਵਲ ਉਹਨੇ ਉਹਨਾਂ ਕੀ ਸਮਝਣਾ। ਤੋ ਬੰਦਾ ਆਪਣੇ ਮਾਨਸਿਕ ਤਲ ਮੁਤਾਬਕ ਵੀ ਆਪਣੀ ਆਪਣੀ ਜਗ੍ਹਾ 'ਤੇ ਖੁਸ਼ ਹੁੰਦਾ ਹੈ। ਕੋਈ ਕਿਸੇ ਜਗ੍ਹਾ 'ਤੇ ਖੁਸ਼ ਹੈ, ਕੋਈ ਕਿਸੇ ਜਗ੍ਹਾ 'ਤੇ ਖੁਸ਼ ਹੈ।
ਤੋ ਇਹ ਜਿਹੜੀ ਚੀਜ਼ ਹੈ ਇਹ ਦੱਸਦੀ ਹੈ ਵੀ ਬੰਦਾ ਇੱਥੇ ਕਿ ਖੜਾ ਹੈ, ਬੰਦਾ ਇਸ ਲੈਵਲ ਤੇ ਖੜਾ ਹੈ, ਇਸ ਪੱਧਰ ਉੱਤੇ ਖੜਾ ਹੈ ਵੀ ਬਸ ਇੱਥੋਂ ਤੱਕ ਹੀ ਇਹਦੀ ਦੌੜ ਹੈ, ਇੱਥੋਂ ਤੱਕ ਇਹਨੇ ਦੌੜ ਲਾਉਣੀ ਸੀ, ਬਸ ਗੱਲ ਕਹਾਣੀ ਖਤਮ ਹੋ ਗਈ। ਹੁਣ ਵਿਰਲਾ ਹੈ ਜਿਹੜਾ ਆਪਣੇ ਸਫ਼ਰ ਦਾ ਅੰਦਾਜ਼ਾ ਲਾਉਂਦਾ ਵੀ ਮੈਂ ਕਿੱਥੇ ਆਇਆ, ਮੇਰੇ 'ਚ ਕੀ ਪਰਿਵਰਤਨ ਹੈ, ਕੀ ਤਬਦੀਲੀ ਹੈ। ਤੇ ਜਿਹੜਾ ਸੋਚੇ ਤਬਦੀਲੀ ਬਾਰੇ, ਉਹ ਜ਼ਰੂਰ ਆਪਣੇ ਅਭਿਆਸ ਬਾਰੇ ਖਿਆਲ ਕਰੇਗਾ ਵੀ ਮੇਰਾ ਅਭਿਆਸ ਕਿਸ ਦਿਸ਼ਾ ਵਿੱਚ। ਜਿਹਨੇ ਤਬਦੀਲੀ ਦਾ ਸੋਚਣਾ ਹੀ ਨਹੀਂ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹਨੂੰ ਹੀ ਕਰਮਕਾਂਡੀ ਕਹਿੰਦੇ ਨੇ। ਜਿਹੜਾ ਤਬਦੀਲੀ ਦਾ ਨਹੀਂ ਸੋਚਦਾ, ਕਰਮਾਂ ਦੀ ਕਾਊਂਟਿੰਗ ਕਰਦਾ ਹੈ, ਕਰਮਕਾਂਡੀ, ਉਹ ਇੱਕ ਸਰਕਲ ਵਿੱਚ ਹੈ। ਉਹ ਇਸ ਵਾਸਤੇ ਭਗਤ ਜੀ ਮਹਾਰਾਜ ਐਸੇ ਲੋਕਾਂ ਵਿੱਚੋਂ ਨਹੀਂ ਹਨ। ਉਹ ਸੁਰਤ ਦੀ ਪਰਪੱਕਤਾ ਦੇ ਬਹੁਤ ਉੱਚੇ ਸਟੈਪ ਦੇ ਉੱਤੇ ਖੜੇ ਨੇ। ਉਹਨਾਂ ਨੂੰ ਫਰਕ ਨਹੀਂ ਪੈਂਦਾ ਕਿਸੇ ਦੇ ਮਾੜੇ ਬੰਦੇ ਦੇ ਦਰਸ਼ਨ ਕਰਨ ਨਾਲ, ਮਾੜੇ ਬੰਦੇ ਦੇ ਕੋਲ ਬਹਿਣ ਨਾਲ, ਉਹਨਾਂ ਤੇ ਕੋਈ ਪ੍ਰਭਾਵ ਨਹੀਂ, ਕਿਉਂਕਿ ਉਹ ਕਚਿਆਈਆਂ ਤੋਂ ਕਿਤੇ ਦੂਰ ਨੇ। ਤਾਂ ਮੈਂ ਉਦਾਹਰਣ ਦੇਣ ਲੱਗਿਆ ਸਾਂ, ਭਾਈ ਗੁਰਦਾਸ ਜੀ ਦਾ ਪੱਖ ਮੈਂ ਸਾਹਮਣੇ ਰੱਖਿਆ ਹੈ। ਗੁਰਬਾਣੀ ਦੇ ਵਿੱਚ ਹਜ਼ੂਰ ਨੇ ਲਿਖਿਆ ਹੈ ਕਿ ਮੂਰਖ ਦੀ, ਜਾਂ ਇਉਂ ਕਹਿ ਲਓ ਵੀ ਸਾਕਤ ਦੀ, ਰੱਬ ਤੋਂ ਟੁੱਟੇ ਹੋਏ ਦੀ, ਪਾਪੀ ਦੀ ਸੋਬਤ ਸੰਗਤ ਨਹੀਂ ਕਰਨੀ। ਪਰ ਜਿਹੜੇ ਗੁਰੂ ਸਾਹਿਬਾਂ ਨੇ ਬਚਨ ਲਿਖੇ, ਉਹ ਖੁਦ ਹੀ ਪਾਪੀਆਂ ਕੋਲ ਚੱਲ ਕੇ ਜਾਂਦੇ ਰਹੇ। ਅਸੀਂ ਗੁਰੂ ਨਾਨਕ ਸਾਹਿਬ ਦੀ ਉਦਾਹਰਣ ਮੈਂ ਕਈ ਵਾਰ ਸਾਂਝੀ ਕੀਤੀ। ਸੱਜਣ ਠੱਗ ਤੇ ਨਹੀਂ ਸੀ ਆਇਆ, ਮਹਾਰਾਜ ਮੈਂ ਠੱਗੀਆਂ ਮਾਰਦਾ, ਮੈਨੂੰ ਕੋਈ ਕਹਿੰਦਾ ਹੁੰਦਾ ਮੈਨੂੰ ਸੁਧਾਰੋ? ਕੋਈ ਆ ਕੇ, ਕੋਈ ਵਿਰਲਾ ਹੋਏਗਾ ਜਿਹੜਾ, ਐਸੇ ਵੀ ਲੋਕ ਹੋਏ ਜਿਹੜੇ ਆਏ, ਮਹਾਰਾਜ ਸਾਡੇ 'ਚ ਗੁਨਾਹ ਨੇ, ਜਿਨ੍ਹਾਂ ਫੀਲ ਕੀਤਾ, ਰੀਅਲਾਈਜ਼ ਕੀਤਾ। ਪਰ ਸੱਜਣ ਕੋਲ ਗੁਰੂ ਸਾਹਿਬ ਗਏ, ਭੂਮੀਏ ਕੋਲ ਗੁਰੂ ਸਾਹਿਬ ਗਏ, ਹੋਰ ਵੀ ਬਹੁਤ ਨੇ। ਸਤਿਗੁਰੂ ਉਹਨਾਂ ਦੇ ਕੋਲ ਬੈਠੇ, ਬਚਨ ਬਿਲਾਸ ਹੋਏ, ਮਹਾਰਾਜ ਦਾ ਉਪਦੇਸ਼ ਉਹਨਾਂ ਤੇ ਅਸਰ ਕੀਤਾ। ਉਹਨਾਂ ਨੇ ਮਹਾਰਾਜ ਕੋਲੋਂ ਮਾਫੀ ਮੰਗੀ, ਸਿੱਧੇ ਰਾਹ ਤੇ ਤੁਰੇ। ਉਹਨਾਂ ਨੂੰ ਅਸੀਂ ਭਾਈ ਸੱਜਣ ਕਹਿੰਦੇ ਹਾਂ। ਸਾਡੇ ਮੂੰਹ ਤੇ ਚੜਿਆ ਹੋਇਆ ਅੱਜ ਵੀ ਅਸੀਂ ਸੱਜਣ ਠੱਗ ਹੀ ਆਨੇ, ਭਾਵੇਂ ਉਹ ਸੁਧਰ ਗਿਆ, ਭਾਵੇਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਹੀ ਬਣ। ਅਸੀਂ ਆਪ ਠੱਗੀਆਂ ਮਾਰਨ ਵਾਲੇ, ਅਸੀਂ ਅਜੇ ਵੀ ਸੱਜਣ ਨੂੰ ਠੱਗ ਹੀ ਆਖਾਂਗੇ। ਕਮਾਲ ਦੀ ਖੇਡ ਹੈ ਨਾ। ਭੂਮੀਏ ਨੂੰ ਅਜੇ ਵੀ ਚੋਰ ਹੀ ਆਖਾਂਗੇ। ਬਹੁਤ ਕੁਝ ਹੈ ਸਾਡੇ, ਕਿਉਂਕਿ ਸ਼ਬਦ ਸਾਡੇ ਮੂੰਹ ਤੇ ਚੜ੍ਹ ਗਏ, ਜ਼ਬਾਨ ਤੇ ਪੱਕ ਗਏ। ਹਾਲਾਂਕਿ ਸਾਨੂੰ ਉਹਨੂੰ ਭਾਈ ਸੱਜਣ ਕਹਿਣਾ ਚਾਹੀਦਾ, ਕਿਉਂਕਿ ਪਹਿਲੋਂ ਠੱਗ ਤਾਂ ਪਹਿਲੋਂ ਸੀ, ਮਗਰੋਂ ਤਾਂ ਭਾਈ ਹੋ ਗਿਆ। ਚੋਰ ਤਾਂ ਪਹਿਲੋਂ ਸੀ, ਮਗਰੋਂ ਤਾਂ ਉਹ ਸੁਧਰ ਗਿਆ, ਗੁਰੂ ਦੇ ਰਾਹ ਦਾ ਪਾਂਧੀ ਬਣ ਗਿਆ। ਹੁਣ ਕੀ ਗੁਰੂ ਸਾਹਿਬ ਨੇ ਜਿੱਥੇ ਆਪ ਬਾਣੀ 'ਚ ਕਿਹਾ ਵੀ ਸੰਗਤ ਨਹੀਂ ਕਰਨੀ, ਮਾੜੇ ਪੁਰਖ ਦੀ ਸੋਬਤ 'ਚ ਨਹੀਂ ਬੈਠਣਾ, ਆਪ ਉਹਦੇ ਕੋਲ ਬੈਠੇ। ਇਹਦੇ ਦੋ ਪਹਿਲੂ ਨੇ, ਫਿਰ ਸਮਝ ਲੈਣਾ ਸੌਖੇ ਢੰਗ ਨਾਲ। ਪਹਿਲਾ ਪਹਿਲੂ ਤਾਂ ਇਹ ਹੈ ਵੀ ਜਦੋਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਤਾਂ ਉਹ ਸਾਡਾ ਮਾਨਸਿਕ ਤਲ ਤੋਂ ਸਾਨੂੰ ਸੁਚੇਤ ਕਰ ਰਹੇ ਨੇ ਵੀ ਵੇਖਣਾ ਕਿਤੇ, ਜਦੋਂ ਅਜੇ ਤੁਸੀਂ ਫੈਸਲਾ ਵੀ ਨਹੀਂ ਸਹੀ ਤਰੀਕੇ ਨਾਲ ਕਰ ਪਾਏ ਵੀ ਦੋਵਾਂ 'ਚੋਂ ਸਹੀ ਤੇ ਗਲਤ ਰਾਹ ਕਿਹੜਾ ਹੈ, ਉਸ ਵੇਲੇ ਤੁਸੀਂ ਗਲਤ ਬੰਦੇ ਦੇ ਢਏ ਚੜ੍ਹ ਜਾਓ ਤੇ ਉਹਦੀ ਨੈਗੇਟਿਵਿਟੀ ਦਾ, ਉਹਦੇ ਗੁਨਾਹਾਂ ਦਾ ਪ੍ਰਭਾਵ ਕਬੂਲ ਕੇ ਤੁਸੀਂ ਤੋਰੀ ਪੁੱਠੇ ਰਾਹ ਤੇ ਪਾਓ, ਬੜੀ ਹਾਨੀ ਹੋਏਗੀ। ਤੇ ਦੂਜੀ ਗੱਲ ਇਹ ਕਹਿ ਰਹੇ ਹਨ ਵੀ ਸੰਗਤ ਤੋਂ ਭਾਵ ਮੇਰਾ ਇਹ ਬਿਲਕੁਲ ਨਹੀਂ ਵੀ ਤੁਸੀਂ ਕਿ ਦੁਨੀਆ ਤੋਂ ਕਿਤੇ ਵੱਖਰੇ ਹੋ ਕੇ ਬਹਿ ਜਾਓ ਵੀ ਖੌਰੇ ਕਿਹੜਾ ਪਾਪੀ ਹੈ, ਕਿਹੜਾ ਮਾੜਾ ਹੈ, ਕਿਸੇ ਨੂੰ ਮੈਂ ਵੇਖ ਨਾ ਲਵਾਂ, ਕਿਸੇ ਦੇ ਕੋਲ ਨਾ। ਇਸ ਕੋਈ ਸੁੱਚ ਭੇਟ ਨਹੀਂ ਹੈ। ਸੰਗਤ ਦਾ ਭਾਵ ਸਮਝੀਏ। ਸੰਗਤ ਦਾ ਭਾਵ ਹੈ ਦੂਸਰੇ ਦੇ, ਕਿਸੇ ਵੀ ਮਨੁੱਖ ਦੇ ਗੁਣਾ ਜਾਂ ਔਗਣਾ ਤੋਂ ਪ੍ਰਭਾਵਿਤ ਹੋਣਾ, ਉਹਦਾ ਪ੍ਰਭਾਵ ਕਬੂਲ ਲੈਣਾ। ਉਸ ਬੰਦੇ ਦਾ, ਬੰਦਾ ਪਹਿਲੀ ਵਾਰ ਕਿਸੇ ਨੂੰ ਮਿਲਦਾ ਹੈ, ਉਹਦੇ ਤੋਂ ਥੋੜ੍ਹਾ ਜਿਹਾ ਪ੍ਰਭਾਵਿਤ ਹੁੰਦਾ ਹੈ, ਉਹਦੇ ਨਾਲ ਸਮਾਂ ਸਪੈਂਡ ਕਰਦਾ, ਬਹਿਣਾ ਸ਼ੁਰੂ ਕਰ ਦਿੰਦਾ, ਉਹਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸਵਾਦ ਲੈ ਲੈ ਕੇ ਫਿਰ ਸੁਣਦਾ ਰਹਿੰਦਾ। ਫਿਰ ਹੌਲੀ ਹੌਲੀ ਉਹਦੇ ਨਾਲ ਤੁਹਾਡੀ ਖਾਣ ਪੀਣ ਦੀ ਸਾਂਝ ਬਣ ਜਾਂਦੀ ਹੈ। ਹੌਲੀ ਹੌਲੀ ਤੁਸੀਂ, ਉਹ ਤੁਹਾਡੀਆਂ ਕੁਝ ਗੱਲਾਂ ਨੂੰ ਸਲਾਉਂਦਾ, ਤੁਸੀਂ ਉਹਦੀਆਂ ਨੂੰ ਸਲਾਉਣ ਲੱਗ ਪੈਂਦੇ ਹੋ। ਇਹ ਤੁਹਾਡੀ ਇੱਕ ਅਟੈਚਮੈਂਟ ਬਣ ਜਾਂਦੀ। ਅਟੈਚਮੈਂਟ 'ਚ ਹੀ ਬੰਦਾ ਕਈ ਵਾਰ ਉਹਦੇ ਮਗਰ ਵੀ ਤੁਰ ਪੈਂਦਾ। ਸੰਗਤ ਦਾ ਭਾਵ ਪ੍ਰਭਾਵ ਕਬੂਲਣਾ ਹੈ। ਇਹ ਨਹੀਂ ਵੀ ਕਿਸੇ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਣੀਆਂ ਨੇ, ਜਾਂ ਜੇ ਕੋਈ ਆ ਰਿਹਾ ਸਾਨੂੰ ਪਤਾ ਹੈ ਵੀ ਮੰਦੇ ਆਚਰਣ ਦਾ, ਤੇ ਉਹ ਤੋਂ ਭੱਜਣਾ ਨਹੀਂ। ਇਹ ਹੱਲ ਨਹੀਂ ਹੈ ਸੰਸਾਰ ਵਿੱਚ ਰਹਿਣ ਦਾ। ਤੋ ਤਿਨਕਾ ਮੈਂ ਨਾ ਕਰੂੰ ਦਰਸ਼ਨਾਂ ਦਾ ਭਾਵ ਹੈ ਮੈਂ ਉਸ ਦਾ ਪ੍ਰਭਾਵ ਨਹੀਂ ਕਬੂਲਦਾ। ਦਰਸ਼ਨ ਤੋਂ ਅਰਥ ਹੈ
ਉਸ ਦੇ ਕਰਮਾਂ ਦਾ ਪ੍ਰਭਾਵ ਕਬੂਲਣਾ। ਦਰਸ਼ਨ ਤੋਂ ਭਾਵ ਕੱਲਾ ਅੱਖਾਂ ਨਾਲ ਵੇਖਣਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਸ਼ਨ ਸ਼ਬਦ ਦੇ ਅਰਥ ਕਿਸੇ ਫਲਸਫੇ ਤੋਂ, ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣਾ ਹੈ, ਵੇਖਣਾ ਨਹੀਂ ਹੈ। ਗੁਰੂ ਸਾਹਿਬ ਨੇ ਤਾਂ ਬਾਣੀ 'ਚ ਵੀ ਇੱਥੋਂ ਤੱਕ ਲਿਖਿਆ, ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ। ਉੱਥੇ ਵੀ ਸਾਨੂੰ ਵੇਖਣ ਦੇ ਅਸਲ ਅਰਥ ਸਮਝਾ ਦਿੱਤੇ ਮਹਾਰਾਜ ਨੇ। ਤੋ ਇੱਥੇ ਦਰਸ਼ਨ ਤੋਂ ਭਾਵ ਹੈ ਉਸ ਮਨੁੱਖ ਦੀ ਤਰਜ਼ੇ ਜ਼ਿੰਦਗੀ, ਜੀਵਨ ਜੁਗਤ ਤੋਂ, ਉਹਦੇ ਕਰਮ, ਉਹਦੇ ਆਚਰਣ, ਉਹਦੇ ਵਿਹਾਰ ਤੋਂ ਪ੍ਰਭਾਵਿਤ ਹੋ ਜਾਣਾ, ਜਾਂ ਉਹਦਾ ਗਲਬਾ ਜਾਂ ਉਹਦਾ ਪ੍ਰਭਾਵ ਕਬੂਲ ਕੇ ਉਹਦੇ ਰਾਹ ਤੇ ਤੁਰ ਪੈਣਾ। ਭਗਤ ਜੀ ਕਹਿੰਦੇ ਮੈਂ ਐਸਾ ਨਹੀਂ ਕਰਦਾ, ਕਿਉਂਕਿ ਮੈਂ ਉਸ ਪਰਮੇਸ਼ਰ ਵਾਹਿਗੁਰੂ ਦੀ ਇਬਾਦਤ, ਉਸ ਵਾਹਿਗੁਰੂ ਦੇ ਰਾਹ ਤੇ ਚੱਲਣ ਵਾਲਿਆਂ ਦਾ ਅਦਬ ਕਰਦਾ ਹਾਂ ਤੇ ਉਹਨਾਂ ਦੀ ਸੋਹਬਤ ਤੇ ਸੰਗਤ ਲੋੜਦਾ। ਅਸੀਂ ਜਦੋਂ ਅਰਦਾਸ ਕਰਦੇ ਹਾਂ ਤੇ ਇਹ ਬਚਨ ਕਹਿੰਦੇ, ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤ ਆਵੈ। ਸਾਨੂੰ ਉਹਨਾਂ ਪਿਆਰਿਆਂ ਦੀ ਸੋਹਬਤ ਬਖਸ਼ ਜਿਨ੍ਹਾਂ ਦੀ ਨੇੜਤਾ, ਜਿਨ੍ਹਾਂ ਦੀ ਸੰਗਤ, ਜਿਨ੍ਹਾਂ ਦੇ ਨੇੜੇ ਹੋਣਾ ਸਾਨੂੰ ਤੇਰੀ ਯਾਦ ਵਿੱਚ ਜੋੜਦਾ। ਇਹ ਮਤਲਬ ਹੁੰਦਾ ਹੈ ਸੁਚੇਤ ਰਹੀਏ ਇਹਨਾਂ ਚੀਜ਼। ਅਰਦਾਸ ਵਿੱਚ ਵੀ ਇਹ ਚੀਜ਼, ਇਹ ਸਾਡੀ ਅਰਦਾਸ ਦਾ, ਪ੍ਰੇਅਰ ਦਾ, ਇਬਾਦਤ ਦਾ ਇੱਕ ਅੰਗ ਹੈ ਵੀ ਅਸੀਂ ਇਹ ਮੰਗਣਾ ਹੈ। ਸਰਬੱਤ ਦਾ ਭਲਾ ਵੀ ਮੰਗਣਾ ਤੇ ਇਹ ਵੀ ਅਰਦਾਸ ਦੀ ਵੀ ਕਿਤੇ ਗੱਲ ਕਰਾਂਗੇ। ਕਿੰਨੇ ਪਿਆਰੇ ਸ਼ਬਦ ਗੁੰਦ ਕੇ ਉਹਨਾਂ ਨੇ ਸਾਡੇ, ਅਸੀਂ ਸੁੱਤਿਆਂ ਹੀ ਅਰਦਾਸ ਲੰਘਾ ਦਿੰਦੇ ਮਾਫ ਕਰਨਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਉੱਥੇ ਕਿ ਜਾਗਦੇ ਜਿੱਥੇ ਸਾਡਾ ਨਾਂ ਆਉਣਾ ਹੋਵੇ, ਜਿੱਥੇ ਮੇਰਾ ਨਾਂ ਅਰਦਾਸ 'ਚ ਆਉਣਾ ਹੋਵੇ ਨਾ, ਉੱਥੇ ਕੀ ਪਤਾ ਲੱਗਦਾ ਵੀ ਅਰਦਾਸ ਹੋ ਰਹੀ ਹੈ। ਨਹੀਂ ਪਤਾ ਹੀ ਨਹੀਂ ਲੱਗਦਾ ਕੀ ਬੋਲਿਆ, ਕਿਹਦੇ ਬਾਰੇ ਬੋਲਿਆ, ਕੀ ਹੋਇਆ। ਬਹੁਤੀ ਵਾਰ ਤਾਂ ਭਾਈ ਸਾਹਿਬ ਇਕੱਲੇ ਹੀ ਬੋਲਦੇ ਨੇ, ਬੋਲੋ ਜੀ, ਵਾਹਿਗੁਰੂ ਵੀ ਆਪ ਹੀ ਬੋਲਦੇ ਨੇ, ਸੰਗਤ ਨੂੰ ਨਹੀਂ ਪਤਾ ਹੁੰਦਾ ਵੀ ਹੋ ਕੀ ਰਿਹਾ। ਤੋ ਇਹ ਸਾਡੀ ਦਸ਼ਾ ਹੈ, ਖਿਮਾ ਕਰਨਾ, ਸੁਚੇਤ ਨਹੀਂ ਹੁੰਦੇ ਅਸੀਂ। ਅਰਦਾਸ ਜਾਗਣ ਦੀ ਹੈ, ਪਾਠ ਜਾਗਣ ਦਾ ਹੈ, ਸਤ ਸੰਗਤ ਜਾਗਣ ਲਈ ਹੈ, ਸੌਣ ਲਈ ਨਹੀਂ ਹੈ। ਥੋੜਾ ਸਮਾਂ ਬੈਠੀਏ ਪਰ ਸੁਚੇਤ ਹੋ ਕੇ, ਸਮਝ ਕੇ ਬੈਠੀਏ। ਕੁਝ ਸਾਡੇ ਅੰਦਰ ਉਹ ਚੀਜ਼, ਉਹਦੇ 'ਚ ਅਸੀਂ ਇਨਵੋਲਵ ਹੋਈਏ ਵੀ ਅਸੀਂ ਇਹਦੇ ਵਿੱਚ ਇਨਵੋਲਵ ਹਾਂ, ਸ਼ਾਮਲ ਹਾਂ ਅਸੀਂ ਇਸ ਕੰਮ ਦੇ ਵਿੱਚ। ਭਾਵੇਂ ਬਾਣੀ ਦਾ ਪਾਠ ਹੁੰਦਾ ਹੈ, ਅਰਦਾਸ ਹੁੰਦੀ ਹੈ, ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਜਾਂ ਵੈਸੇ ਵੀ ਅਸੀਂ ਗੁਰਦੁਆਰੇ ਸਾਹਿਬ ਬੈਠੇ ਹਾਂ, ਘਰੇ ਵੀ ਬਾਣੀ ਦਾ ਪਾਠ ਕਰਦੇ ਹਾਂ, ਆਪਣੀ ਹਾਜ਼ਰੀ ਦਾ ਅਹਿਸਾਸ ਕਰੋ ਵੀ ਮੈਂ ਕਿਤੇ ਹਾਜ਼ਰ ਹਾਂ। ਕਿਸੇ ਬੈਂਕ ਦੇ ਕਾਊਂਟਰ 'ਤੇ ਜਾਈਏ, ਉੱਥੇ ਜਾ ਕੇ ਸੋਚਾਂ 'ਚ ਪੈ ਜਾਈਏ ਤੇ ਉਹ ਮਗਰਲੇ ਵੀ ਰੌਲਾ ਪਾ ਦਿੰਦੇ ਨੇ, ਅਗਲਾ ਵੀ ਪਾ ਦਿੰਦਾ ਵੀ ਇੱਥੇ ਸੋਚਣ ਲਈ ਨਹੀਂ ਖੜਾ, ਮੈਂ ਤੇਰੀ ਵੇਟ ਕਰ ਰਿਹਾ ਵੀ ਤੂੰ ਕੀ ਲੈਣ ਆਇਆ, ਤੈਨੂੰ ਕੀ ਕੰਮ ਹੈ। ਤੇ ਮਗਰਲੇ ਕਹਿੰਦੇ ਨੇ ਜੇ ਤੂੰ ਜ਼ਿਆਦਾ ਸੋਚਣਾ ਤੇ ਚੇਅਰ ਲੱਗੀ ਉੱਥੇ ਬਹਿ ਜਾ, ਸਾਡਾ ਸਮਾਂ ਖਰਾਬ ਨਾ ਕਰ। ਮਤਲਬ ਇਹ ਹੁੰਦਾ ਵੀ ਜਿੱਥੇ ਹਾਂ ਉੱਥੇ ਸਾਡੀ ਇਨਵੋਲਵਮੈਂਟ ਬੜੀ ਜ਼ਰੂਰੀ। ਅਸੀਂ ਖੁਦ ਨੂੰ ਮਹਿਸੂਸ ਕਰੀ ਵੀ ਮੈਂ ਇੱਥੇ ਹਾਜ਼ਰ ਹਾਂ, ਪ੍ਰੈਜ਼ੈਂਟ ਹਾਂ, ਮੇਰਾ ਕੰਮ ਕੀ ਹੈ। ਇਸੇ ਨੂੰ ਗੁਰਬਾਣੀ ਨੇ ਧਿਆਨ ਕਿਹਾ, ਇਸੇ ਨੂੰ ਕਿਹਾ ਹੈ ਸਾਵਧਾਨ ਇਕਾਗਰ ਚੀਤ। ਤੋ ਹਜ਼ੂਰ ਕਹਿੰਦੇ ਨੇ ਪਰ ਧਨ ਪਰ ਦਾਰਾ ਪਰ ਹਰੀ, ਜਿਸ ਨੇ ਪਰਾਈ ਦੌਲਤ ਵੱਲ ਨਿਗਾਹ ਰੱਖਣੀ ਬੰਦ ਕਰ ਦਿੱਤੀ, ਪਰਾਇਆ ਹੱਕ ਮਾਰਨਾ ਛੱਡ ਦਿੱਤਾ। ਦੋ ਪਹਿਲੂ ਦੇ ਇਹਦੇ ਧਿਆਨ 'ਚ ਰੱਖੀਏ। ਇੱਕ ਤਾਂ ਹੈ ਪਰਾਇਆ ਹੱਕ ਮਾਰਨਾ, ਵੀ ਦੂਸਰੇ ਦੀ ਚੀਜ਼ ਨੂੰ ਚੁੱਕਣਾ, ਧੋਖਾ ਕਰਨਾ, ਜ਼ਾਲਸਾਜ਼ੀ ਕਰਨੀ, ਬੇਈਮਾਨੀ ਕਰਨੀ, ਵੀ ਉਹਦਾ ਵੀ ਮੇਰੇ ਕੋਲ ਆ ਜਾ। ਇੱਕ ਤਾਂ ਇਹ ਪਹਿਲੂ ਹੈ, ਉਹਦੇ ਲਈ ਬੰਦਾ ਯਤਨ ਕਰਦਾ। ਕਈ ਵਾਰ ਹੁੰਦਾ ਹੈ ਬੰਦਾ ਪਰਾਇਆ ਹੱਕ ਖਾਂਦਾ ਨਹੀਂ, ਦੂਸਰੇ ਦੀ ਚੀਜ਼ ਚੁੱਕਦਾ, ਚੋਰੀ ਕਰਦਾ, ਹੜੱਪਦਾ ਨਹੀਂ, ਪਰ ਕਰਦਾ ਕਿ ਵੀ ਤਰਸਦਾ ਜ਼ਰੂਰ ਰਹਿੰਦਾ ਦੂਜੇ ਦੀ ਚੀਜ਼ ਵੇਖ ਕੇ। ਇਹ ਵੀ ਤੇ ਪ੍ਰੋਬਲਮ ਹੀ ਹੈ ਨਾ। ਇੱਕ ਬੰਦਾ ਯਤਨ ਕਰਦਾ, ਦੂਜੇ ਦੀ ਚੀਜ਼ ਚੁੱਕਦਾ, ਚੋਰੀ ਕਰਦਾ, ਧੋਖਾ ਕਰਦਾ, ਬੇਈਮਾਨੀ, ਇੱਕ ਤਾਂ ਉਹ ਹੈ। ਇੱਕ ਹੈ ਦੂਜੇ ਦੇ ਧਨ ਵਿੱਚ ਚਿੱਤ ਜੋੜੀ ਰੱਖਦਾ, ਉਹਦਾ ਆਪਣੇ ਨਾਲੋਂ ਜ਼ਿਆਦਾ ਧਿਆਨ ਦੂਜੇ 'ਚ ਹੋਏਗਾ ਵੀ ਇਹਨੂੰ ਕੀ ਮਿਲ ਰਿਹਾ ਹੈ, ਕੀ ਕਰ ਰਿਹਾ ਹੈ, ਕਿੰਨੀ ਕਮਾਈ ਹੈ, ਕਿੱਥੇ ਪਹੁੰਚ ਗਿਆ, ਇਹਦੇ ਬੱਚੇ ਕਿੱਥੇ ਪਹੁੰਚ ਗਏ, ਇਹਦਾ ਪਰਿਵਾਰ, ਇਹਦਾ ਆਲਾ, ਉਹ ਧਿਆਨ ਉਹਦੇ 'ਚ। ਇਸ ਵਾਸਤੇ ਉਹ ਜਿਹੜੀ ਦੋਵੇਂ ਗੱਲਾਂ ਨੇ, ਉਹ ਦੋਵੇਂ ਹੀ ਤੁਹਾਡਾ ਚਿੱਤ ਹੋਵੇ ਤੇ ਚਾਹੇ ਤੁਸੀਂ ਸਿੱਧੇ ਹੀ ਦੂਸਰੇ ਦੀ ਚੀਜ਼
ਧੋਖਾ ਜਾਲਸਾਜੀ ਕਰ ਰਹੇ ਹੋ ਤਾਂ ਇਨਵੋਲਵ ਤਾਂ ਦੂਜੇ ਪਾਸੇ ਹੋ ਗਏ ਨਾ, ਪਰਾਏ ਧਨ ਵਿੱਚ ਹੀ ਤਾਂ ਜੁੜੇ ਹੋਏ ਨਾ ਅਸੀਂ। ਉਹਨੂੰ ਭਾਈ ਸਾਹਿਬ, ਉਹਨੂੰ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ, ਪਰ ਦਰਬੈ ਨੂੰ ਹੱਥ ਨਾ ਲਾਵੇ। ਮੇਰਾ ਨਹੀਂ ਹੈ ਤੇ ਨਹੀਂ ਹੈ, ਜੋ ਵਸਤੂ ਦੇ ਉੱਤੇ ਮੇਰਾ ਅਧਿਕਾਰ ਨਹੀਂ, ਮਤਲਬ ਨਹੀਂ, ਮੇਰੀ ਹੈ ਹੀ ਨਹੀਂ। ਇੱਥੇ ਗੁਰੂ ਸਾਹਿਬ ਜੀ ਆਖਦੇ ਨੇ, ਭਗਤ ਜੀ ਮਹਾਰਾਜ, ਪਰ ਧਨ, ਦੂਜਾ ਸ਼ਬਦ ਵਰਤਿਆ ਪਰ ਦਾਰਾ, ਪਰ ਇਸਤਰੀ, ਪਰਾਇਆ ਰੂਪ ਵੇਖਣਾ, ਕਿਸੇ ਨੂੰ ਮੰਦ ਭਾਵਨਾ ਨਾਲ ਤੱਕਣਾ, ਜਾਂ ਜਿਸ ਨੂੰ ਅਸੀਂ ਕਹਿੰਦੇ ਗਲਤ ਰਿਲੇਸ਼ਨ ਦੇ ਵਿੱਚ ਆਉਣਾ। ਪਰ ਹਰੀ, ਜਿਸ ਨੇ ਦੋਵੇਂ ਐਬ ਤਿਆਗ ਦਿੱਤੇ ਹਨ, ਤਾਂ ਕੈ ਨਿਕਟ ਬਸੈ ਨਰ ਹਰੀ। ਹਜ਼ੂਰ ਕਹਿੰਦੇ ਨੇ ਉਹਦੇ ਨੇੜੇ ਸਮਝੋ ਪਰਮੇਸ਼ਰ ਵਸਦਾ ਹੈ, ਜਿਹਦਾ ਧਿਆਨ ਪਰਾਈ ਵਸਤੂ ਵੱਲ ਗਿਆ ਹੀ ਨਹੀਂ। ਉਹ ਆਪਣੇ ਆਪ ਵੱਲ ਧਿਆਨ ਕਰੇਗਾ, ਉਹ ਤਰਸੇਗਾ ਵੀ ਨਹੀਂ ਵੀ ਮੇਰੇ ਕੋਲ ਥੋੜਾ ਹੈ, ਮੇਰੇ ਕੋਲ ਆ ਨਹੀਂ ਹੈ। ਤੇ ਜਦੋਂ ਤਰਸੇਗਾ ਨਹੀਂ ਤੇ ਜੋ ਉਹਦੇ ਕੋਲ, ਉਹਦਾ ਸ਼ੁਕਰ ਕਰੇਗਾ, ਵਾਹਿਗੁਰੂ ਮੇਰੇ ਕੋਲ ਤਾਂ ਇੰਨਾ ਕੁਝ। ਉਹ ਪਰਮੇਸ਼ਰ ਦੇ ਨੇੜੇ ਹੈ, ਰੱਬ ਉਹਦੇ ਨੇੜੇ ਹੈ। ਫਿਰ ਫਰਮਾਉਂਦੇ ਹਨ, ਜਿਨ ਕੈ ਭੀਤਰ ਹੈ ਅੰਤਰਾ, ਅੰਤਰਾ ਦਾ ਮਤਲਬ ਹੈ ਵਿੱਥ, ਜਿਨ੍ਹਾਂ ਦੇ ਅੰਦਰ ਵਿੱਥ ਹੈ, ਸਮਝ ਵੱਲੋਂ ਊਣੇ ਹਨ ਜਿਹੜੇ ਜੀਵ, ਜਿਨ੍ਹਾਂ ਦੇ ਅੰਦਰ ਸਮਝ ਨਹੀਂ, ਅਹਿਸਾਸ ਨਹੀਂ। ਪਰਮੇਸ਼ਰ ਦਾ ਜਿਹੜਾ ਮਾਰਗ, ਜਾਂ ਗੁਰੂ ਦਾ ਜਿਹੜਾ ਮਾਰਗ, ਜਾਂ ਧਰਮ ਦਾ ਜਿਹੜਾ ਮਾਰਗ ਕਹਿ ਲਓ, ਇਹ ਅਹਿਸਾਸ ਦਾ ਮਾਰਗ ਹੈ। ਸਭ ਤੋਂ ਪਹਿਲੀ ਚੀਜ਼ ਹੈ ਵੀ ਤੁਹਾਡੇ ਜਾਗੇ ਹੋਣ ਦੀ ਨਿਸ਼ਾਨੀ ਇੱਥੇ ਇਹ ਹੁੰਦੀ ਹੈ, ਤੁਹਾਡੇ ਅੰਦਰ ਅਹਿਸਾਸ ਕਿੰਨਾ ਹੈ। ਅਹਿਸਾਸ ਦੇ ਪੱਧਰ ਦੇ ਉੱਤੇ ਜਾਗਣਾ, ਇੱਥੇ ਜਾਗਣਾ ਹੈ। ਜਿਨ ਕੈ ਭੀਤਰ ਹੈ ਅੰਤਰਾ, ਜਿਨ੍ਹਾਂ ਦਾ ਅਹਿਸਾਸ ਤੋਂ ਵਖਰੇਵਾਂ ਪੈ ਗਿਆ, ਅਹਿਸਾਸ ਤੋਂ ਦੂਰ ਹੋ ਗਏ ਜਿਹੜੇ, ਜੈਸੇ ਪਸ਼ੂ ਤੈਸੇ ਹੋਏ ਨਰਾ, ਉਹ ਉਹੋ ਜਿਹੀ ਮਨੁੱਖ ਨੇ ਜਿਸ ਤਰ੍ਹਾਂ ਦੇ ਪਸ਼ੂ, ਯਾਨੀ ਕਿ ਪਸ਼ੂਆਂ ਤੇ ਉਹਨਾਂ ਬੰਦਿਆਂ 'ਚ ਕੋਈ ਅੰਤਰ ਨਹੀਂ ਰਹਿ ਜਾਂਦਾ। ਅਹਿਸਾਸ ਹੀ ਹੈ ਜਿਹੜਾ ਸਾਨੂੰ ਵੱਖਰਿਆਂ ਕਰਦਾ ਵੀ ਅਸੀਂ ਪਸ਼ੂ ਨਹੀਂ। ਅਹਿਸਾਸ ਹੀ ਹੈ ਜਿਹੜਾ ਸਾਡਾ ਵਖਰੇਵਾਂ ਪੈਦਾ ਕਰਦਾ ਵੀ ਅਸੀਂ ਕੀ ਹਾਂ। ਅਸੀਂ ਆਪਣੇ ਆਪ ਨੂੰ ਮਨੁੱਖ ਜੇ ਸਮਝਦੇ ਹਾਂ ਤੇ ਅਹਿਸਾਸ ਕਰਕੇ ਸਮਝਦੇ ਹਾਂ। ਅਹਿਸਾਸ ਇੱਕ ਸਾਡੇ ਅੰਦਰ ਇਹੋ ਜਿਹੀ ਚੀਜ਼ ਹੈ। ਫਿਰ ਅਖੀਰਲੇ ਬੰਦ ਵਿੱਚ ਫਰਮਾਉਂਦੇ ਨੇ, ਪ੍ਰਣਵਤ ਨਾਮ ਦਿਓ ਨਾਕੈ ਬਿਨਾ, ਨਾ ਸੋ ਹੈ ਬਤੀਸ ਲਖਣਾ। ਬਾਣੀ ਵਿੱਚ ਇੱਕ ਵਾਕ ਆਉਂਦਾ, ਬੱਤੀ ਸੁਲੱਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ। ਇੱਕ ਪਰਫੈਕਟ ਔਰਤ ਦੇ ਵਿੱਚ ਸਾਡੇ ਕਲਚਰ 'ਚ ਵਿਦਵਾਨਾਂ ਨੇ, ਜਾਂ ਉਹ ਕਹਿ ਲਓ ਲਿਖਾਰੀਆਂ ਨੇ, 32 ਗੁਣ ਲਿਖੇ ਨੇ। 32 ਗੁਣ ਉਹਦੇ ਵਿੱਚ ਉਹਦੇ ਸ਼ਿੰਗਾਰ ਤੋਂ ਲੈ ਕੇ ਉਹਦੇ ਘਰ, ਉਹਦੇ ਬੋਲ ਚਾਲ, ਉਹਦੇ ਵਰਤੋਂ ਵਿਹਾਰ ਦੀ ਕਾਊਂਟ ਕੀਤੀਆਂ ਉਹਨਾਂ 'ਚ। ਇੱਕ ਤਰ੍ਹਾਂ ਦਾ ਇੱਕ ਆਦਰਸ਼ਕ ਜੀਵਨ ਮਿਥਿਆ। ਕਹਿੰਦੇ ਨੇ 32 ਗੁਣ ਹੋਣ ਤੇ ਨੱਕ ਨਾ ਹੋਵੇ ਉਹਦੇ ਵਿੱਚ, ਕਿਉਂਕਿ ਸੁੰਦਰਤਾ ਨੂੰ ਵੀ ਇੱਕ 32 ਗੁਣਾਂ ਦੇ ਵਿੱਚ ਇੱਕ ਗੁਣ ਮੰਨਿਆ। ਨਾ ਸੋ ਹੈ 32 ਲੱਖ, ਉਹਦੇ 32 ਲੱਖਣ ਵੀ ਕਈ ਵਾਰ ਫਿੱਕੇ ਪੈ ਜਾਂਦੇ ਨੇ ਜੇ ਉਸ ਦੀ ਦਿੱਖ ਪ੍ਰਭਾਵਸ਼ਾਲੀ ਨਾ ਹੋਵੇ। ਤੋ ਕਹਿੰਦੇ ਨੇ ਜਿੰਨੇ ਮਰਜ਼ੀ ਬੰਦਾ ਕਰਮ ਕਾਂਡ ਤੇ ਵਿਹਾਰ ਕਰ ਰਿਹਾ ਹੋਵੇ, ਜੇ ਉਹਦਾ ਕਰਮ ਸ਼ੁੱਧ ਨਾ ਹੋਵੇ ਤਾਂ ਕਹਿੰਦੇ ਨੇ ਉਹਦੇ 32 ਦੇ 32 ਬਾਕੀ ਦੇ ਸਾਰੇ ਕਰਮ ਕਾਂਡ ਫਿੱਕੇ ਪੈ ਜਾਂਦੇ। ਉਹਨੇ ਕਿੰਨਾ ਕੁਝ ਕੀਤਾ ਹੈ ਇਹ ਗੱਲ ਮਾਇਨੇ ਨਹੀਂ ਰੱਖਦੀ। ਇਸੇ ਤਰ੍ਹਾਂ ਭਗਤ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਦੇ ਅਹਿਸਾਸ ਤੋਂ ਬਿਨਾਂ ਸਾਰੇ ਕਰਮ ਹੀ ਸਾਡੇ ਫਿੱਕੇ ਹਨ, ਸਾਰੇ ਕਰਮ ਹੀ ਸਾਡੇ ਵਾਧੂ ਹਨ, ਬੋਝ ਹਨ। ਉਹ ਸਾਡੇ ਅੰਦਰ ਹਉਮੈ ਦਾ ਭਾਵ ਹੀ ਪੈਦਾ ਕਰਦੇ ਹਨ ਜੇ ਸਾਡੇ ਅੰਦਰ ਇੱਕ ਅਹਿਸਾਸ ਨਹੀਂ ਹੁੰਦਾ ਤਾਂ। ਮਹਾਰਾਜ ਮਿਹਰ ਕਰਨ, ਸਤਿਗੁਰਾਂ ਦਾ ਇਹ ਪਾਵਨ ਉਪਦੇਸ਼ ਸਾਡੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।